ਸਾਦਤ ਹਸਨ ਮੰਟੋ ਦੀ ਕਹਾਣੀ ਸ਼ੂ ਸ਼ੂ। ਘਰ 'ਚ ਬੜੀ ਚਹਿਲ ਪਹਿਲ ਸੀ। ਸਾਰੇ ਕਮਰੇ ਮੁੰਡੇ ਕੁੜੀਆਂ ਬੱਚੇ ਬੱਚੀਆਂ ਤੇ ਔਰਤਾਂ ਨਾਲ ਭਰੇ ਸਨ ਤੇ ਰੌਲਾ ਰੱਪਾ ਪੈ ਰਿਹਾ ਸੀ ਕਿ ਕੰਨ ਪਈ ਆਵਾਜ਼ ਸੁਣਾਈ ਨਹੀਂ ਦਿੰਦੀ ਸੀ। ਜੇਕਰ ਉਸ ਕਮਰੇ 'ਚ 2-3 ਬੱਚੇ ਆਪਣੀਆਂ ਮਾਵਾਂ ਨਾਲ ਲਿਪਟੇ ਦੁੱਧ ਪੀਣ ਲਈ ਬਿਲਬਿਲਾ ਰਹੇ ਹਨ ਤਾਂ ਦੂਜੇ ਕਮਰੇ 'ਚ ਛੋਟੀਆਂ-ਛੋਟੀਆਂ ਲੜਕੀਆਂ ਢੋਲਕੀ ਨਾਲ ਬੇਸੁਰੀਆਂ ਤਾਨਾਂ ਉਡਾ ਰਹੀਆਂ ਹਨ। ਨਾ ਤਾਲ ਦੀ ਖਬਰ ਹੈ ਨਾ ਲੈਅ ਦੀ, ਬਸ ਗਾਈ ਜਾ ਰਹੀਆਂ। ਹੇਠਾਂ ਡਿਉੜੀ ਤੋਂ ਲੈ ਕੇ ਉੱਪਰਲੀ ਮੰਜ਼ਿਲ ਦੀ ਬਾਲਕਨੀ ਤੱਕ ਮਕਾਨ ਮਹਿਮਾਨਾਂ ਨਾਲ ਖਚਾ ਖਚ ਭਰਿਆ ਸੀ। ਕਿਉਂ ਨਾ ਹੋਵੇ, ਇੱਕ ਮਕਾਨ 'ਚ 2 ਵਿਆਹ ਰਚਾਏ ਸਨ। ਮੇਰੇ ਦੋਵੇਂ ਭਾਈ ਆਪਣੀ ਚੰਨ ਵਰਗੀ ਦੁਲਹਨ ਵਿਆਹ ਕੇ ਲਿਆਏ ਸੀ। ਰਾਤ ਦੇ 11 ਵਜੇ ਦੇ ਲਗਭਗ ਦੋਵੇਂ ਡੋਲੀਆਂ ਆਈਆਂ। ਗਲੀ 'ਚ ਇੰਨਾ ਰੌਲਾ ਪਿਆ ਕਿ ਰਹੇ ਰੱਬ ਦਾ ਨਾਂ। ਪਰ ਉਹ ਨਜ਼ਾਰਾ ਬਹੁਤ ਰੂਹ ਅਫਜ਼ਾ ਸੀ। ਜਦੋਂ ਗਲੀ ਦੀਆਂ ਸਭ ਸ਼ੋ ਸ਼ੰਗ ਲੜਕੀਆਂ ਬਾਹਰ ਨਿਕਲ ਆਈਆਂ ਤੇ ਤਿਤਲੀਆਂ ਦੀ ਤਰ੍ਹਾਂ ਇੱਧਰ ਉੱਧਰ ਫੜਫੜਾਉਣ ਲੱਗੀਆਂ। ਸਾੜੀਆਂ ਦੀ ਰੇਸ਼ਮੀ ਸਰਸਰਾਹਟ, ਕਲਫ ਲੱਗੀਆਂ ਸਲਵਾਰਾਂ ਦੀ ਖੜਖੜਾਹਟ ਤੇ ਚੂੜੀਆਂ ਦੀ ਛਣ-ਛਣਾਹਟ ਹਵਾ 'ਚ ਤੈਰਨ ਲੱਗੀ। ਤਮਤਮਾਉਂਦੇ ਹੋਏ ਮੁਖੜਿਆਂ ਤੇ ਬਾਰ-ਬਾਰ ਡਿੱਗਦੀਆਂ ਹੋਈਆਂ ਲਿਟਾਂ, ਨਿੱਕੀਆਂ-ਨਿੱਕੀਆਂ ਹਿੱਕਾਂ ਤੇ ਜ਼ੋਰ ਦੇ ਕੇ ਕੱਢੀਆਂ ਹੋਈਆਂ ਬੁਲੰਦ ਆਵਾਜ਼ਾਂ, ਉੱਚੀ ਅੱਡੀ ਦੇ ਬੂਟਾਂ ਤੇ ਥਿਰਕਦੀਆਂ ਹੋਈਆਂ ਟੰਗਾਂ, ਲਚਕਦੀਆਂ ਹੋਈਆਂ ਉਂਗਲੀਆਂ, ਧੜਕਦੇ ਹੋਏ ਲਹਿਜੇ, ਫੜਕਦੀਆਂ ਹੋਈਆਂ ਰਗਾਂ ਤੇ ਫਿਰ ਉਹਨਾਂ ਅੱਲੜ ਕੁੜੀਆਂ ਦੀਆਂ ਆਪਸ ਦੀਆਂ ਸਰਗੋਸ਼ੀਆਂ। ਇਹ ਸਭ ਕੁਝ ਵੇਖ ਕੇ ਅਜਿਹਾ ਲੱਗਦਾ ਸੀ ਕਿ ਗਲੀ ਦੇ ਪੱਥਰੀਲੇ ਫਰਸ਼ ਤੇ ਹੁਸਨ ਜਵਾਨੀ ਆਪਣੀ ਕਲਮ ਨਾਲ ਮਾਅਨੇ ਲਿਖ ਰਹੀ ਹੈ। ਅੱਬਾਸ ਮੇਰੇ ਕੋਲ ਖੜਾ ਸੀ। ਅਸੀਂ ਦੋਵੇਂ ਔਰਤਾਂ ਦੀ ਭੀੜ 'ਚ ਘਿਰੇ ਹੋਏ ਸਾਂ। ਅਚਾਨਕ ਅੱਬਾਸ ਨੇ ਗਲੀ ਦੀ ਨੁੱਕੜ 'ਤੇ ਨਜ਼ਰਾਂ ਗੱਡ ਕੇ ਕਿਹਾ, ਸ਼ੂ ਕਿੱਥੇ ਹੈ? ਮੈਂ ਜਵਾਬ ਦਿੱਤਾ, ਮੇਰੇ ਕੋਲ ਇਸ ਵਕਤ ਤੁਹਾਡੇ ਸਵਾਲ ਦਾ ਜਵਾਬ ਦੇਣ ਦੀ ਫੁਰਸਤ ਨਹੀਂ ਹੈ। ਮੈਂ ਇਸ ਭੀੜ ਵਿੱਚ ਉਸ ਭੌਰੇ ਦੇ ਵਾਂਗ ਖੜਾ ਸੀ ਜੋ ਫੁੱਲਾਂ ਭਰੀ ਕਿਆਰੀ ਵੇਖ ਕੇ ਫੈਸਲਾ ਨਹੀਂ ਕਰ ਸਕਦਾ ਕਿ ਕਿਸ ਫੁੱਲ 'ਤੇ ਬੈਠੇ। ਅੱਬਾਸ ਨੇ ਰੋਣੀ ਆਵਾਜ਼ 'ਚ ਕਿਹਾ, ਉਹ ਨਹੀਂ ਆਈ। ਤਾਂ ਕੀ ਹੋਇਆ? ਬਾਕੀ ਤਾਂ ਸਭ ਮੌਜੂਦ ਹਨ। ਉਹ ਵੇਖੋ ਤਾਂ, ਉਹ ਨੀਲੀ ਸਾੜੀ 'ਚ ਕੌਣ ਹੈ? ਸ਼ੂ। ਮੈਂ ਅੱਬਾਸ ਦਾ ਹੱਥ ਦਬਾਇਆ। ਅੱਬਾਸ ਨੇ ਗੌਰ ਨਾਲ ਦੇਖਿਆ। ਨੀਲੀ ਸਾੜੀ 'ਚ, ਇਹ ਕਹਿ ਕੇ ਉਹਨੇ ਆਪਣੇ ਖਾਸ ਅੰਦਾਜ਼ 'ਚ ਮੇਰੇ ਵੱਲ ਕਹਿਰ ਭਰੀਆਂ ਨਿਗਾਹਾਂ ਨਾਲ ਵੇਖ ਕੇ ਕਿਹਾ, ਇਲਾਜ ਕਰਾਓ ਆਪਣੀਆਂ ਅੱਖਾਂ ਦਾ। ਬੇਵਕੂਫ ਕਿਤੋਂ ਦਾ, ਇਹ ਸ਼ੂ ਹੈ? ਕਿਉਂ, ਉਹ ਨਹੀਂ ਹੈ ਕਿ? ਮੈਂ ਫਿਰ ਨੀਲੀ ਸਾੜੀ ਵੱਲ ਗੌਰ ਨਾਲ ਵੇਖਿਆ ਤੇ ਅਜਿਹਾ ਕਰਦੇ ਹੋਏ ਮੇਰੀਆਂ ਨਜ਼ਰਾਂ ਅਚਾਨਕ ਉਸ ਕੁੜੀ ਦੀਆਂ ਨਿਗਾਹਾਂ ਨਾਲ ਟਕਰਾਈਆਂ। ਕੁਝ ਇਸ ਤਰ੍ਹਾਂ ਕਿ ਉਹਨੂੰ ਇੱਕ ਧੱਕਾ ਜਿਹਾ ਲੱਗਾ। ਉਹ ਸੰਭਲੀ ਤੇ ਫੌਰਨ ਮੂੰਹੋਂ ਲਾਲ ਜੀਭ ਕੱਢ ਕੇ ਮੇਰਾ ਮੂੰਹ ਚੜਾਇਆ। ਆਪਣੀ ਸਹੇਲੀ ਦੇ ਕੰਨ 'ਚ ਕੁਝ ਕਿਹਾ। ਉਸ ਸਹੇਲੀ ਨੇ ਕਨੱਖੀਆਂ ਨਾਲ ਮੇਰੇ ਵੱਲ ਵੇਖਿਆ। ਮੇਰੇ ਮੱਥੇ 'ਤੇ ਮੁੜਕਾ ਆ ਗਿਆ। ਅੱਬਾਸ ਨੇ, ਜੋ ਆਪਣੀ ਤਸੱਲੀ ਕਰਨ ਲਈ ਇੱਕ ਵਾਰ ਫਿਰ ਉਸ ਵੱਲ ਵੇਖ ਰਿਹਾ ਸੀ, ਬੁਲੰਦ ਆਵਾਜ਼ 'ਚ ਕਿਹਾ, ਬਾਖੁਦਾ, ਤੁਸੀਂ ਉਹਦੀ ਤੋਹੀਨ ਕਰ ਰਹੇ ਹੋ। ਗਧੇ ਕਿਤੋਂ ਦੇ, ਔਰਤ ਦੇ ਮਾਮਲੇ 'ਚ ਨਿਰੇ ਅਹਿਮਕ ਹੋ। ਲੱਕੜ ਦੀ ਕੋਈ ਪੁਤਲੀ ਨੀਲੇ ਰੰਗ 'ਚ ਲਪਾਟ ਕੇ ਤੁਹਾਡੇ ਸਾਹਮਣੇ ਰੱਖ ਦਿੱਤੀ ਜਾਏ, ਤੁਸੀਂ ਉਸੇ ਦੀਆਂ ਬਲਾਂ ਲੈਣੀਆਂ ਸ਼ੁਰੂ ਕਰ ਦਿਓਗੇ। ਇਹ ਸ਼ਬਦ ਇੰਨੀ ਉੱਚੀ ਆਵਾਜ਼ 'ਚ ਬੋਲੇ ਗਏ ਸਨ ਕਿ ਉਸ ਨੀਲੀ ਸਾੜੀ ਵਾਲੀ ਨੇ ਸੁਣ ਲਏ ਤੇ ਜਦੋਂ ਸਾਡੇ ਕੋਲੋਂ ਲੰਘਣ ਲੱਗੀ ਤਾਂ ਖੁਦ ਬਖੁਦ ਠਿਠਕ ਗਈ। ਇੱਕ ਪਲ ਲਈ ਉਹਦੇ ਕਦਮ ਰੁਕੇ, ਭਾਵ ਸਾਡੇ 'ਚੋਂ ਕਿਸੇ ਨੇ ਉਹਨੂੰ ਮੁਖਾਤਿਬ ਕੀਤਾ ਹੈ। ਫਿਰ ਫੌਰਨ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਇਸ ਅਹਿਸਾਸ ਦੀ ਪੈਦਾ ਕੀਤੀ ਹੋਈ ਸ਼ਰਮਿੰਦਗੀ ਦੂਰ ਕਰਨ ਲਈ ਉਹਨੇ ਉਂਝ ਹੀ ਪਿੱਛੇ ਮੁੜ ਕੇ ਵੇਖਿਆ ਤੇ ਕਿਹਾ, ਅਰੇ ਅਮੀਨਾ, ਤੂੰ ਕਿੱਥੇ ਉੱਡ ਗਈ? ਮੈਨੂੰ ਮੌਕਾ ਮਿਲਿਆ। ਮੈਂ ਝੱਟ ਅੱਬਾਸ ਦਾ ਹੱਥ ਆਪਣੇ ਹੱਥ 'ਚ ਲੈ ਲਿਆ ਤੇ ਉਹਨੂੰ ਚੰਗੀ ਤਰ੍ਹਾਂ ਦਬਾ ਕੇ ਉਹਨੂੰ ਕਿਹਾ, ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹਾਸਿਲ ਹੋਈ, ਪਰ ਮੇਰਾ ਨਾਮ ਮੁਹੰਮਦ ਅਮੀਨ ਹੈ। ਮੈਨੂੰ ਨੀਲਕੰਠ ਵੀ ਕਹਿੰਦੇ ਹੈ। ਜਾਲੀ ਤਾਂ ਗਈ, ਪਰ ਅਸੀਂ ਹੋਠਾਂ 'ਚ ਮੁਸਕਰਾਉਂਦੇ ਹੋਏ ਅੱਗੇ ਵਧ ਗਏ। ਕੁਛ ਹੀ ਕਦਮ ਚੱਲੇ ਹੋਵਾਂਗੇ ਕਿ ਅੱਬਾਸ ਨੇ ਬੇਚੈਨੀ ਭਰੇ ਲਹਿਜੇ 'ਚ ਕਿਹਾ, ਸ਼ੂ ਅਜੇ ਤੱਕ ਨਹੀਂ ਆਈ ਤੇ ਮੈਂ ਕੀ ਕਰਾਂ? ਮੇਰੇ ਸਿਰ 'ਤੇ ਨਮਦਾ ਬੰਨ੍ਹ ਦਿਓ ਤਾਂ ਮੈਂ ਹੁਣੇ ਸਰਕਾਰ ਲਈ ਉਹਨੂੰ ਤਲਾਸ਼ ਕਰਕੇ ਲੈ ਆਉਣਾ। ਆਖਿਰ ਇਹ ਕੀ ਹਿਮਾਕਤ ਹੈ ਬਈ, ਤੁਸੀਂ ਤਮਾਸ਼ਾ ਵੀ ਵੇਖਣ ਦਿਓਗੇ ਜਾਂ ਕਿ ਨਹੀਂ? ਤੇ ਫਿਰ ਜਨਾਬ ਇਹ ਤਾਂ ਦੱਸੋ, ਜੇਕਰ ਉਹ ਇੱਥੇ ਮੌਜੂਦ ਵੀ ਹੋਵੇ ਤਾਂ ਤੁਸੀਂ ਉਸ ਨਾਲ ਮੁਲਾਕਾਤ ਕਿਵੇਂ ਕਰ ਸਕਦੇ ਹੋ? ਤੁਸੀਂ ਕੋਈ ਅਮਰੀਕੀ ਨਾਵਲ ਨਹੀਂ ਪੜ੍ਹ ਰਹੇ, ਕੋਈ ਸੁਪਨਾ ਤਾਂ ਨਹੀਂ ਵੇਖ ਰਹੇ? ਅੱਬਾਸ ਮੇਰੀ ਗੱਲ ਫੌਰਨ ਸਮਝ ਗਿਆ। ਉਹ ਇੰਨਾ ਬੇਵਕੂਫ ਨਹੀਂ ਸੀ। ਸੋ ਅਸੀਂ ਦੋਵੇਂ ਆਹਿਸਤਾ ਕਦਮ ਚੁੱਕਦੇ ਗਲੀ ਤੋਂ ਨਿਕਲ ਕੇ ਬਾਜ਼ਾਰ 'ਚ ਚਲੇ ਗਏ।
ਮੋੜ 'ਤੇ ਰਾਮ ਭਰੋਸੇ ਪਨਵਾੜੀ ਦੀ ਦੁਕਾਨ ਖੁੱਲ੍ਹੀ ਸੀ, ਜੋ ਬਿਜਲੀ ਦੇ ਲਾਟੂ ਦੇ ਹੇਠਾਂ ਸਿਰ ਸੁੱਟੀ ਊਂਘ ਰਿਹਾ ਸੀ। ਅਸੀਂ ਉੱਥੋਂ 2 ਪਾਨ ਬਣਵਾਏ ਅਤੇ ਉੱਥੇ ਹੀ ਬਾਜ਼ਾਰ 'ਚ ਕੁਰਸੀਆਂ 'ਤੇ ਬੈਠ ਕੇ ਗੱਲਾਂ ਕਰਨ 'ਚ ਮਸ਼ਗੂਲ ਹੋ ਗਏ। ਦੇਰ ਤੱਕ ਅਸੀਂ ਹਿੰਦੁਸਤਾਨ 'ਚ ਮਰਦ ਔਰਤ ਦੇ ਦਰਮਿਆਨ ਜੋ ਅਜਨਬੀਅਤ ਚੱਲ ਰਹੀ ਸੀ ਉਹਦੇ ਬਾਰੇ ਗੱਲਾਂ ਕਰਦੇ ਰਹੇ। ਜਦੋਂ 1 ਵੱਜ ਗਿਆ ਤਾਂ ਅੱਬਾਸ ਅੰਗੜਾਈ ਲੈ ਕੇ ਉੱਠਿਆ ਅਤੇ ਕਹਿਣ ਲੱਗਾ, ਬਈ ਹੁਣ ਨੀਂਦ ਆ ਰਹੀ ਹੈ। ਇਸ ਹਸਰਤ ਨੂੰ ਨਾਲ ਲਈ ਜਾ ਰਿਹਾ ਕਿ ਸ਼ੂ ਨੂੰ ਨਹੀਂ ਵੇਖ ਸਕਿਆ। ਸੱਚ ਕਹਿਣਾ, ਆਮੀਨ। ਉਹ ਕੁੜੀ, ਮੈਂ ਹੁਣ ਤੈਨੂੰ ਕੀ ਦੱਸਾਂ ਕਿ ਉਹ ਕੀ ਸ਼ੈ ਹੈ। ਅੱਬਾਸ ਨੇ ਆਪਣੇ ਘਰ ਦਾ ਰੁੱਖ ਕੀਤਾ ਅਤੇ ਮੈਂ ਆਪਣੇ ਘਰ ਦਾ। ਰਸਤੇ 'ਚ ਸੋਚਦਾ ਰਿਹਾ ਕਿ ਅੱਬਾਸ ਨੇ ਸ਼ੂ ਵਰਗੀ ਮਾਮੂਲੀ ਕੁੜੀ 'ਚ ਅਜਿਹੀ ਕਿਹੜੀ ਗੈਰ ਮਾਮੂਲੀ ਚੀਜ਼ ਵੇਖੀ ਜੋ ਹਰ ਵਕਤ ਉਸੇ ਦਾ ਜ਼ਿਕਰ ਕਰਦਾ ਰਹਿੰਦਾ ਹੈ। ਅੱਬਾਸ ਦੇ ਮਜ਼ਾਕ ਬਾਰੇ ਮੈਂ ਭਰੋਸੇ ਦੇ ਨਾਲ ਕਹਿ ਸਕਦਾ ਕਿ ਬਹੁਤ ਉੱਚਾ ਹੈ, ਪਰ ਇੱਥੇ ਉਹਨੂੰ ਕੀ ਹੋ ਗਿਆ ਸੀ? ਸ਼ੂ ਓਏ ਇਹ ਕੀ? 2-3 ਵਾਰ ਉਹਦਾ ਨਾਮ ਮੇਰੀ ਜ਼ਬਾਨ 'ਤੇ ਆਇਆ ਅਤੇ ਮੈਂ ਇਵੇਂ ਮਹਿਸੂਸ ਕੀਤਾ ਕਿ ਪੈਪਰਮਿੰਟ ਦੀਆਂ ਗੋਲੀਆਂ ਚੂਸ ਰਿਹਾ। ਸ਼ੂ 1-2 ਵਾਰ ਤੁਸੀਂ ਵੀ ਉਹਨੂੰ ਦੁਹਰਾਓ ਜ਼ਰਾ ਜਲਦੀ। ਕੀ ਤੁਹਾਨੂੰ ਲੱਜ਼ਤ ਮਹਿਸੂਸ ਹੋਈ? ਜ਼ਰੂਰ ਹੋਈ ਹੋਏਗੀ, ਪਰ ਕਿਉਂ? ਸਮਝ 'ਚ ਨਹੀਂ ਆਉਂਦਾ ਸੀ ਕਿ ਮੈਂ ਅੱਬਾਸ ਦੀ ਮਹਿਬੂਬਾ ਸ਼ੂ ਦੇ ਬਾਰੇ ਖਾਮਖਾਹ ਕਿਉਂ ਗੌਰ ਕਰਨ ਲੱਗਾ। ਇਸ 'ਚ ਅਜਿਹੀ ਕੋਈ ਚੀਜ਼ ਹੈ ਹੀ ਨਹੀਂ ਜੋ ਵਧੇਰੇ ਗੌਰ ਅਫਰੋਜ਼ ਹੋਵੇ, ਪਰ ਇਹ ਸ਼ੂ ਨਾਮ 'ਚ ਦਿਲਚਸਪੀ ਜ਼ਰੂਰ ਸੀ। ਤੇ ਕੀ ਕਿਹਾ ਸੀ ਮੈਂ? ਲੱਜ਼ਤ ਵੀ। ਸ਼ੂ 'ਚ ਬਾਂਜੋ ਦੇ ਥਿਰਕਦੇ ਹੋਏ ਤਾਰਾਂ ਦੀ ਝਣਕਾਰ ਜਿਹੀ ਪਾਈ ਜਾਂਦੀ ਹੈ। ਤੁਸੀਂ ਇਹ ਨਾਮ ਲਓ ਤਾਂ ਅਜਿਹਾ ਲੱਗੇਗਾ ਕਿ ਤੁਸੀਂ ਕਿਸੇ ਸਾਜ਼ ਦੀਆਂ ਤਣੀਆਂ ਹੋਈਆਂ ਤਾਰਾਂ 'ਤੇ ਜ਼ੋਰ ਨਾਲ ਗਜ਼ ਫੇਰ ਦਿੱਤਾ ਹੈ। ਸ਼ੂ ਸੁਸ਼ੀਲਾ ਦਾ ਦੂਜਾ ਨਾਮ ਹੈ, ਯਾਨੀ ਉਹਦੀ ਵਿਗੜੀ ਹੋਈ ਸ਼ਕਲ, ਪਰ ਇਹਦੇ ਬਾਵਜੂਦ ਉਸ 'ਚ ਕਿੰਨਾ ਸੰਗੀਤ ਹੈ। ਸੁਸ਼ੀਲਾ, ਸ਼ੂ ਸੁਸ਼ੀਲਾ। ਗਲਤ ਸੁਸ਼ੀਲਾ ਵਿੱਚ ਸ਼ੂ ਦੀ ਸੰਗੀਤਕਤਾ ਹਰਗਿਜ਼ ਨਹੀਂ ਹੋ ਸਕਦੀ। ਫਿਰੰਗੀ ਸ਼ਾਇਰ ਬਾਇਰਨ ਸ਼ਕੀਲ ਸੀ, ਪਰ ਉਸ 'ਚੋਂ ਕਿਹੜੀ ਸ਼ੈ ਸੀ ਜੋ ਔਰਤਾਂ ਦੇ ਸੀਨੇ 'ਚ ਤੂਫਾਨ ਖੜਾ ਕਰ ਦਿੰਦੀ ਸੀ? ਉਹਦਾ ਲੰਗੜਾ ਕੇ ਚੱਲਣਾ। ਗ੍ਰੇਟਾ ਗਾਰਬੋ ਉੱਕਾ ਖੁਸ਼ ਸ਼ਕਲ ਨਹੀਂ ਹੈ, ਪਰ ਉਸ 'ਚ ਕਿਹੜੀ ਚੀਜ਼ ਹੈ ਜੋ ਫਿਲਮੀ ਤਮਾਸ਼ਾਈਆਂ 'ਤੇ ਜਾਦੂ ਦਾ ਕੰਮ ਕਰਦੀ ਹੈ? ਉਹਦਾ ਜ਼ਰਾ ਵਿਗੜੇ ਹੋਏ ਅੰਗਰੇਜ਼ੀ ਲਹਿਜੇ 'ਚ ਗੱਲਾਂ ਕਰਨਾ। ਇਹ ਕੀ ਗੱਲ ਹੈ? ਕਈ ਵਾਰ ਚੰਗੀ ਭਲੀ ਸ਼ੈ ਨੂੰ ਵਿਗਾੜਨ ਨਾਲ ਉਸ 'ਚ ਹੁਸਨ ਪੈਦਾ ਹੋ ਜਾਂਦਾ ਹੈ। ਸੁਸ਼ੀਲਾ 15 ਵਰ੍ਹਿਆਂ ਦੀ ਕਾਮ ਕੁੜੀ ਹੈ ਜੋ ਸਾਡੇ ਗੁਆਂਢ 'ਚ ਰਹਿੰਦੀ ਹੈ। ਇਸ ਉਮਰ 'ਚ ਉਹਨਾਂ ਸਭਨਾਂ ਚੀਜ਼ਾਂ ਦੀ ਮਾਲਕ ਹੈ ਜੋ ਆਮ ਨੌਜਵਾਨ ਦੇ ਸੀਨੇ 'ਚ ਹਲਚਲ ਪੈਦਾ ਕਰਨ ਲਈ ਕਾਫੀ ਹੁੰਦੀਆਂ ਹਨ, ਪਰ ਅੱਬਾਸ ਦੀਆਂ ਨਜ਼ਰਾਂ 'ਚ ਇਹ ਕੋਈ ਖੂਬੀ ਨਹੀਂ ਸੀ। ਆਮ ਨੌਜਵਾਨਾਂ ਦੀ ਤਰ੍ਹਾਂ ਅੱਬਾਸ ਦਾ ਦਿਲ ਘਾਹ ਦੀ ਪੱਤੀ ਦੇ ਵਾਂਗ ਨਹੀਂ ਸੀ ਜੋ ਹਵਾ ਦੇ ਹਲਕੇ ਜਿਹੇ ਬੁੱਲੇ ਦੇ ਨਾਲ ਕੰਬਣਾ ਸ਼ੁਰੂ ਕਰ ਦਿੰਦੀ ਹੈ। ਖੁਦਾ ਜਾਣੇ ਉਹਦੀ ਕਿਸ ਅਦਾ 'ਤੇ ਮਰਦਾ ਸੀ ਜੋ ਮੇਰੇ ਦਿਮਾਗ ਨਾਲੋਂ ਉੱਪਰ ਸੀ। ਮੈਂ ਸੁਸ਼ੀਲਾ ਦੀ ਸ਼ਕਲ ਸੂਰਤ ਤੇ ਉਹਦੀ ਕਲਾਤਮਕ ਕਦਰ ਕੀਮਤ ਦੇ ਬਾਰੇ ਕਦੇ ਗੌਰ ਨਹੀਂ ਕੀਤਾ ਸੀ, ਪਰ ਨਾ ਜਾਣੇ ਮੈਂ ਉਸ ਦਿਨ ਉਹਦੇ ਬਾਰੇ ਕਿਉਂ ਸੋਚਦਾ ਰਿਹਾ। ਬਾਰ ਉਹ ਮੇਰੇ ਦਿਮਾਗ 'ਚ ਆ ਰਹੀ ਸੀ ਅਤੇ ਹਰ ਵਾਰ ਮੈਂ ਸੁਸ਼ੀਲਾ ਨੂੰ ਛੱਡ ਕੇ ਉਹਦੇ ਛੋਟੇ ਨਾਮ ਸ਼ੂ ਦੀ ਸੰਗੀਤਕਤਾ 'ਚ ਗੁੰਮ ਹੋ ਜਾਂਦਾ ਸੀ। ਇਹਨਾਂ ਖਿਆਲਾਂ 'ਚ ਗਰਕ ਮੈਂ ਗਲੀ ਦੇ ਮੋੜ 'ਤੇ ਪਹੁੰਚ ਗਿਆ। ਮੈਨੂੰ ਇਸ ਚੀਜ਼ ਦਾ ਅਹਿਸਾਸ ਉਸ ਵਕਤ ਹੋਇਆ ਜਦੋਂ ਮੈਂ ਅਚਾਨਕ ਉੱਥੋਂ ਦੀ ਫਿਜ਼ਾ ਨੂੰ ਗੈਰ ਮਾਮੂਲੀ ਤੌਰ 'ਤੇ ਖਾਮੋਸ਼ ਮਹਿਸੂਸ ਕੀਤਾ। ਮਕਾਨ ਮੇਰੀ ਨਜ਼ਰਾਂ ਦੇ ਸਾਹਮਣੇ ਸੀ। ਉਹਦੇ ਬਾਹਰ ਗਲੀ ਦੀ ਦੀਵਾਰ ਦੇ ਨਾਲ ਇੱਕ ਬਿਜਲੀ ਦਾ ਲਾਟੂ ਲਟਕ ਰਿਹਾ ਸੀ, ਜਿਹਦੀ ਚੰਧਿਆ ਦੇਣ ਵਾਲੀ ਰੌਸ਼ਨੀ ਸਾਰੀ ਗਲੀ 'ਚ ਖਿਲਰੀ ਹੋਈ ਸੀ, ਅਤੇ ਮੈਨੂੰ ਇਸ ਲਾਟੂ ਦੀ ਇਕੱਲਤਾ 'ਤੇ ਬਹੁਤ ਤਰਸ ਆਇਆ। ਗਲੀ ਬਿਲਕੁਲ ਸੁੰਨਸਾਨ ਸੀ ਅਤੇ ਉਹ ਲਾਟੂ ਅਜੀਬ ਜਿਹਾ ਲੱਗਦਾ ਸੀ। ਘਰ 'ਚ ਦਾਖਲ ਹੋਇਆ ਤਾਂ ਉੱਥੇ ਵੀ ਖਾਮੋਸ਼ੀ ਸੀ, ਪਰ ਕਦੇ ਕਿਸੇ ਬੱਚੇ ਦੇ ਰੋਣ ਦੀਆਂ ਕੰਬਦੀਆਂ ਆਵਾਜ਼ਾਂ ਅਤੇ ਫਿਰ ਨਾਲ ਹੀ ਉਹਦੀ ਮਾਂ ਦੀ ਨੀਂਦ ਭਰੀ ਆਵਾਜ਼ ਸੁਣਾਈ ਦਿੰਦੀ ਸੀ। ਡਿਓੜੀ ਦੇ ਨਾਲ ਵਾਲਾ ਕਮਰਾ ਖੋਲ੍ਹ ਕੇ ਮੈਂ ਸੋਫੇ 'ਤੇ ਬੈਠ ਗਿਆ। ਕੋਲ ਹੀ ਤਿਪਾਈ 'ਤੇ ਰੁਮਾਨ ਪਿਆ ਸੀ। ਉਹਨੂੰ ਚੁੱਕ ਕੇ ਮੈਂ ਵਰਕੇ ਪਲਟਣੇ ਸ਼ੁਰੂ ਕੀਤੇ। ਵਰਕੇ ਉਲਟਦੇ ਅਖਤਰ ਦੀ ਗਜ਼ਲ 'ਤੇ ਨਜ਼ਰਾਂ ਜੰਮ ਗਈਆਂ। ਮਤਲਾ ਕਿੰਨਾ ਹਸੀਨ ਸੀ। ਨਾ ਭੂਲੇਗਾ ਤੇਰਾ ਰਾਤੋਂ ਕੋ ਸ਼ਰਮਾਤੇ ਹੁਏ ਆਨਾ, ਰਸੀਲੀ ਅੰਖੜੀਓਂ ਸੇ ਨੀਂਦ ਬਰਸਾਤੇ ਹੁਏ ਆਨਾ। ਮੈਨੂੰ ਨੀਂਦ ਆ ਗਈ। ਕਲੌਕ ਵੱਲ ਵੇਖਿਆ ਤਾਂ ਛੋਟੀ ਸੂਈ ਦੇ 2 ਹਿੰਸੇ ਦੇ ਕੋਲ ਪਹੁੰਚ ਚੁੱਕੀ ਸੀ ਅਤੇ ਉਹਦਾ ਐਲਾਨ ਕਰਨ ਲਈ ਅਲਾਰਮ ਵਿੱਚ ਹਰਕਤ ਪੈਦਾ ਹੋ ਰਹੀ ਸੀ। ਟਨ
ਟਨ 2 ਵੱਜ ਗਏ। ਮੈਂ ਉੱਠਿਆ ਤੇ ਸੌਣ ਦੇ ਇਰਾਦੇ ਨਾਲ ਪੌੜੀਆਂ ਤੈਅ ਕਰਕੇ ਆਪਣੇ ਬੈਡਰੂਮ 'ਚ ਪਹੁੰਚਿਆ। ਬਹਾਰ ਦੇ ਦਿਨ ਸਨ ਤੇ ਮੌਸਮ 'ਚ ਹਲਕੀ ਠੰਡਕ। ਮੇਰੇ ਬੈਡਰੂਮ ਦੀ ਇੱਕ ਖਿੜਕੀ ਬਾਹਰ ਗਲੀ 'ਚ ਖੁੱਲ੍ਹਦੀ ਹੈ, ਜਿਹਦੇ ਪਿਆਜ਼ੀ ਰੰਗ ਦੇ ਰੇਸ਼ਮੀ ਪਰਦੇ 'ਚ ਹਵਾ ਦੇ ਹਲਕੇ ਹਲਕੇ ਬੁੱਲੇ ਬੜੀਆਂ ਪਿਆਰੀਆਂ ਲਹਿਰਾਂ ਪੈਦਾ ਕਰ ਰਹੇ ਸਨ। ਮੈਂ ਰਾਤ ਵਾਲਾ ਲਿਬਾਸ ਪਾਇਆ, ਹਰੇ ਰੰਗ ਦਾ ਲਾਟੂ ਜਗਾ ਕੇ ਬਿਸਤਰ 'ਤੇ ਲੇਟ ਗਿਆ। ਮੇਰੀਆਂ ਪਲਕਾਂ ਮਿਚਣ ਲੱਗੀਆਂ। ਅਜਿਹਾ ਮਹਿਸੂਸ ਹੋਣ ਲੱਗਿਆ ਕਿ ਮੈਂ ਧੁਣਕੇ ਹੋਏ ਰੂੰ ਦੇ ਬਹੁਤ ਵੱਡੇ ਢੇਰ 'ਚ ਧੱਸਦਾ ਜਾ ਰਿਹਾ। ਨੀਂਦ ਤੇ ਬੇਦਾਰੀ ਦੇ ਦਰਮਿਆਨ ਪਲ ਕੁ ਬਾਕੀ ਰਹਿ ਗਿਆ ਸੀ ਕਿ ਅਚਾਨਕ ਮੇਰੇ ਕੰਨਾਂ 'ਚ ਕਿਸੇ ਦੇ ਬੋਲਣ ਦੀ ਗੁਣਗੁਣਾਹਟ ਆਈ। ਇਸ 'ਤੇ ਮਿਚਦੀਆਂ ਪਲਕਾਂ ਖੁੱਲ੍ਹ ਗਈਆਂ ਤੇ ਮੈਂ ਊਂਘ ਦੂਰ ਕਰਦੇ ਹੋਏ ਗੌਰ ਨਾਲ ਸੁਣਨਾ ਸ਼ੁਰੂ ਕੀਤਾ। ਨਾਲ ਵਾਲੇ ਕਮਰੇ 'ਚ ਕੋਈ ਬੋਲ ਰਿਹਾ ਸੀ। ਅਚਾਨਕ ਕਿਸੇ ਦੇ ਦਿਲਕਸ਼ ਹਾਸੇ ਦੀ ਤਰੰਨਮ ਆਵਾਜ਼ ਬੁਲੰਦ ਹੋਈ ਤੇ ਫੁੱਲ ਝੜੀ ਦੀਆਂ ਨੂਰਾਨੀ ਤਾਰਾਂ ਜਿਹੀਆਂ ਸੁੰਨੀ ਫਿਜ਼ਾ 'ਚ ਖਿਲਰ ਗਈਆਂ। ਮੈਂ ਬਿਸਤਰ ਤੋਂ ਉੱਠਿਆ, ਦਰਵਾਜ਼ੇ ਦੇ ਨਾਲ ਕੰਨ ਲਗਾ ਕੇ ਖੜ੍ਹਾ ਹੋ ਗਿਆ। ਦੋਵੇਂ ਦੁਲਹਨਾਂ ਮਾਸ਼ਾਅੱਲਾ ਬੜੀਆਂ ਖੂਬਸੂਰਤ ਸਨ। ਧੰਨਵਾਦ। ਚੱਲਦਾ।